It was my first visit to Pune and I immediately fell in love with the city. ਕਹਿੰਦੀ ਉਸ ਟਾਈਮ 'ਤੇ ਮੈਂ ਪੂਨੇ ਪਹਿਲੀ ਵਾਰ ਜਾ ਰਹੀ ਸੀ ਔਰ ਦੇਖਦੇ ਹੀ ਜਿਹੜੀ ਇਹ ਵਾਲੀ ਸਿਟੀ ਸੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ। ਟੂ ਦਿਸ ਡੇ ਇਟ ਰਿਮੇਨਸ ਡੀਅਰ ਟੂ ਮੀ। ਉਸ ਦਿਨ ਤੋਂ ਇਹ ਸਿਟੀ ਮੈਨੂੰ ਬਹੁਤ ਅੱਛੀ ਲੱਗਦੀ ਹੈ। ਆਈ ਫੀਲ ਐਜ਼ ਮਚ at home in Pune as I do in Hubli, my hometown. The place changed my life in so many ways. और वो वाली सिटी ਨੂੰ ਆਪਣੇ ਹੋਮ ਟਾਊਨ ਹੁਬਲੀ ਦੀ ਤਰ੍ਹਾਂ ਹੀ ਫੀਲ ਹੋਈ ਔਰ ਇਸ ਜਗ੍ਹਾ ਨੇ ਉਹਦੀ ਲਾਈਫ ਨੂੰ ਵੀ ਕਾਫੀ ਤਰੀਕੇ ਨਾਲ ਚੇਂਜ ਕਰ ਦਿੱਤਾ ਸੀ। As director, I went to Telco's Pimpri office for the interview. There were 6 people on the panel and I realized then that this was a serious business. ਕਿ ਜਦ ਮੈਂ ਉੱਥੇ ਪਹੁੰਚੀ ਜਿਸ ਤਰ੍ਹਾਂ ਟੈਲੀਗ੍ਰਾਮ 'ਚ ਲਿਖਿਆ ਸੀ, ਮੈਂ ਪੂਨੇ ਦੇ ਪਿੰਪਰੀ ਆਫਿਸ 'ਚ ਪਹੁੰਚੀ। ਉੱਥੇ 6 ਪੀਪਲ ਸੀ, 6 ਲੋਕ ਸੀ ਪੈਨਲ ਦੇ ਵਿੱਚ ਜਿਨ੍ਹਾਂ ਨੇ ਮੇਰੀ ਇੰਟਰਵਿਊ ਲੈਣੀ ਸੀ ਔਰ ਉੱਥੇ ਜਾ ਕੇ 6 ਲੋਕਾਂ ਨੂੰ ਆਪਣੇ ਸਾਹਮਣੇ ਬੈਠਿਆ ਦੇਖ ਕੇ ਤਾਂ ਸੁਧਾ ਮੂਰਤੀ ਨੇ ਰਿਅਲਾਈਜ਼ ਕੀਤਾ ਕਿ ਇਹ ਇੱਕ ਬੜਾ ਸੀਰੀਅਸ ਜਿਹਾ ਬਿਜ਼ਨਸ ਹੈ ਕਿਉਂਕਿ ਉਹ ਪੂਰੇ ਮਜ਼ਾਕ ਦੇ ਵਿੱਚ ਪਹੁੰਚੀ ਸੀ। ਉਹਦੀਆਂ ਹੋਸਟਲਮੇਟਸ ਨੇ ਉਹਨੂੰ ਉੱਥੇ ਭੇਜਿਆ ਸੀ ਕਿਉਂਕਿ ਸੁਧਾ ਮੂਰਤੀ ਜੋਬ ਤਾਂ ਉਹਨੇ ਲੈਣੀ ਨਹੀਂ ਸੀ ਤਾਂ ਉਹਨੂੰ ਮਜ਼ਾਕ ਕੀ ਕਰ ਰਹੀਆਂ ਸੀ ਕਿ ਉੱਥੇ ਚੀਪ ਸਾੜੀਆਂ ਮਿਲਦੀਆਂ ਨੇ, ਉਹਨਾਂ ਨੂੰ ਪਰਚੇਜ਼ ਕਰਨਾ ਸੀ। ਦਿਸ ਇਜ਼ ਦ ਗਰਲ ਹੂ ਰੋਟ ਟੂ JRD। ਆਈ ਹਰਡ ਸਮਬody whisper as soon as I entered the room. Why then? I knew for sure that I would not get the job. The realization abolished all my fear from my mind, so I was rather cool while the interview was being conducted. ਕਹਿੰਦੀ ਜਿਵੇਂ ਹੀ ਮੈਂ ਰੂਮ ਦੇ ਵਿੱਚ ਐਂਟਰ ਕੀਤੀ ਤਾਂ ਇੱਕ ਪਰਸਨ ਦੂਜੇ ਦੇ ਕੰਨ ਦੇ ਵਿੱਚ ਬੜੀ ਹੌਲੀ ਆਵਾਜ਼ 'ਚ ਕਹਿ ਰਿਹਾ ਹੈ ਕਿ ਇਹ ਉਹੀ ਲੜਕੀ ਹੈ ਜਿਹਨੇ JRD ਨੂੰ ਲੈਟਰ ਲਿਖੀ ਸੀ। ਤਾਂ ਇਹ ਗੱਲ ਸੁਣ ਕੇ ਸੁਧਾ ਮੂਰਤੀ ਨੂੰ ਇਸ ਗੱਲ ਦੀ ਸ਼ੋਰਟੀ ਹੋ ਗਈ ਕਿ ਇਹ ਵਾਲੀ ਜੋਬ ਮੈਨੂੰ ਨਹੀਂ ਮਿਲ ਰਹੀ ਔਰ ਇਹ ਵਾਲੀ ਰਿਲਾਈਜੇਸ਼ਨ ਨੇ ਉਹਦੇ ਦਿਲ ਦੇ ਵਿੱਚ ਜਿੰਨੇ ਵੀ ਮਾਈਂਡ ਦੇ ਵਿੱਚ ਫੀਅਰ ਚੱਲ ਰਿਹਾ ਸੀ, ਡਰ ਚੱਲ ਰਿਹਾ ਸੀ ਇੰਟਰਵਿਊ ਨੂੰ ਲੈ ਕੇ, ਉਹ ਸਾਰਾ ਅਬੋਲਿਸ਼ ਹੋ ਗਿਆ, ਖ਼ਤਮ ਹੋ ਗਿਆ ਔਰ ਉਹ ਬੜੀ ਕੂਲ ਹੋ ਗਈ ਜਿੰਨਾ ਟਾਈਮ ਵੀ ਉਹਦੀ ਜਿਹੜੀ ਇੰਟਰਵਿਊ ਸੀ ਉਹ ਚੱਲ ਰਹੀ ਸੀ। ਮੀਨਸ ਕਿ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਟ੍ਰੈਸ ਨਹੀਂ ਸੀ, ਕੋਈ ਉਹ ਟੈਨਸ਼ਨ 'ਚ ਨਹੀਂ ਸੀ ਕਿ ਉਹ ਇੱਕ ਇੰਟਰਵਿਊ 'ਚ ਬੈਠੀ ਹੋਈ ਸੀ। Even before the interview started, I reckoned the panel was biased, so I told them rather impolitely, I hope this is only a technical interview. ਕਹਿੰਦੀ ਇਸ ਤੋਂ ਪਹਿਲਾਂ ਕਿ ਇੰਟਰਵਿਊ ਸਟਾਰਟ ਹੋਵੇ ਮੈਂ ਪੈਨਲ ਨੂੰ ਇੱਕ ਬੜੀ ਚੈਲੰਜ ਕਰਨ ਵਾਲੀ ਆਵਾਜ਼ ਦੇ ਵਿੱਚ, ਥੋੜ੍ਹੀ ਜਿਹੀ ਰਿਊਡ ਆਵਾਜ਼ ਦੇ ਵਿੱਚ ਕਿਹਾ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਪੈਨਲ ਕੀ ਆ ਵਾਈਸਡ ਹੈ, ਭੇਦਭਾਵ ਕਰਨ ਵਾਲੀ ਹੈ, ਡਿਸਕ੍ਰਿਮੀਨੇਸ਼ਨ ਕਰਨ ਵਾਲੀ ਹੈ। ਕਹਿੰਦੀ ਮੇਰਾ ਜਿਹੜਾ ਬੋਲਣ ਦਾ ਤਰੀਕਾ ਸੀ ਬੜਾ ਇੰਪਲਾਇਡ ਸੀ, ਬੜਾ ਰਫ ਸੀ, ਰਿਊਡ ਸੀ। ਕਹਿੰਦੀ ਮੈਂ ਉਹਨਾਂ ਨੂੰ ਕੀ ਕਿਹਾ, ਕਿਹੜੀ ਲਾਈਨ ਬੋਲੀ, ਆਈ ਹੋਪ ਦਿਸ ਇਜ਼ ਓਨਲੀ ਆ ਟੈਕਨੀਕਲ ਇੰਟਰਵਿਊ। ਕਹਿੰਦੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਹੋਪ ਹੈ ਕਿ ਜਿਹੜੀ ਇੰਟਰਵਿਊ ਹੋਏਗੀ ਉਹ ਸਿਰਫ ਟੈਕਨੀਕਲ ਹੋਏਗੀ। ਮੀਨਸ ਕਿ ਜਿਹੜਾ ਪੋਸਟ ਕਾਰਡ ਜੋ ਉਹਨੇ ਲਿਖਿਆ ਸੀ JRD ਨੂੰ ਉਹਦੇ ਨਾਲ ਰਿਲੇਟਡ ਉਹਨੂੰ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਏਗਾ। They were taken aback by my rudeness and even today I am ashamed for my attitude. The panel asked me technical questions and I answered all of them. ਕਹਿੰਦੀ ਉਹ ਵੀ ਮੇਰੀ ਰਿਊਡਨੈਸ ਨੂੰ ਦੇਖ ਕੇ ਜੋ ਪੈਨਲ ਸੀ ਬੜੇ ਹੈਰਾਨ ਹੋਏ। ਕਹਿੰਦੀ ਬਟ ਅੱਜ ਮੈਨੂੰ ਆਪਣੇ ਉਸ ਤਰ੍ਹਾਂ ਦੇ ਐਟੀਟਿਊਡ ਦੇ ਉੱਪਰ ਬਹੁਤ ਸ਼ੇਮ ਫੀਲ ਹੁੰਦੀ ਹੈ ਕਿ ਮੇਰਾ ਬਿਹੇਵੀਅਰ ਕਿਸ ਤਰ੍ਹਾਂ ਦਾ ਸੀ ਔਰ ਪੈਨਲ ਨੇ ਸਿਰਫ ਉਹ ਤੋਂ ਟੈਕਨੀਕਲ ਕੁਐਸਚਨ ਹੀ ਪੁੱਛੇ ਔਰ ਸੁਧਾ ਮੂਰਤੀ ਨੂੰ ਉਹਨਾਂ ਸਾਰੇ ਕੁਐਸਚਨ ਦੇ ਆਨਸਰ ਵੀ ਪਤਾ ਸੀ। Then an elderly gentleman with an affectionate voice told me, do you know why we said lady candidates need not apply? ਬੇਟਾ ਇਹ ਵਾਲਾ ਪੈਸੇਜ ਬੜਾ ਇੰਪੋਰਟੈਂਟ ਹੈ, ਇਸ 'ਚੋਂ ਬਹੁਤ ਇੰਪੋਰਟੈਂਟ ਇੱਕ ਕੁਐਸਚਨ ਬਣਦਾ ਹੈਗਾ, ਸੋ ਇਹਨੂੰ ਬੜੇ ਧਿਆਨ ਨਾਲ ਸੁਣਨਾ ਹੈ। ਉਸ ਪੈਨਲ ਦੇ ਵਿੱਚ ਇੱਕ ਐਲਡਰਲੀ ਜੈਂਟਲਮੈਨ ਸੀ, ਇੱਕ ਐਲਡਰ ਪਰਸਨ ਸੀ ਜਿਹੜੇ ਬੜੇ ਪਿਆਰ ਨਾਲ ਕਹਿੰਦੇ ਮੈਨੂੰ ਦੱਸਿਆ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਲਾਈਨ ਕਿਉਂ ਲਿਖੀ ਸੀ ਨੋਟਿਸ ਵਿੱਚ ਕਿ ਲੇਡੀ ਕੈਂਡੀਡੇਟਸ ਅਪਲਾਈ ਨਹੀਂ ਕਰ ਸਕਦੀਆਂ। ਦ ਰੀਜ਼ਨ ਇਜ਼ ਦੈਟ, ਕਹਿੰਦਾ ਉਹਦਾ ਰੀਜ਼ਨ ਇਹ ਹੈ, ਵੀ ਹੈਵ ਨੈਵਰ ਇੰਪਲੋਇਡ ਐਨੀ ਲੇਡੀਜ਼ ਔਨ ਦ ਸ਼ੌਪ ਫਲੋਰ। ਕਹਿੰਦਾ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਕਿਸੇ ਵੀ ਲੇਡੀ ਨੂੰ ਸ਼ੌਪ ਫਲੋਰ ਦੇ ਉੱਪਰ ਮੀਨਸ ਕਿ ਜਿੱਥੇ ਚੀਜ਼ਾਂ ਮੈਨੂਫੈਕਚਰ ਕੀਤੀਆਂ ਜਾਂਦੀਆਂ ਨੇ ਫੈਕਟਰੀ ਦੇ ਵਿੱਚ ਉੱਥੇ ਇੰਪਲਾਈ ਨਹੀਂ ਕੀਤਾ, ਉੱਥੇ ਜੋਬ ਨਹੀਂ ਦਿੱਤੀ। ਦਿਸ ਇਜ਼ ਨਾਟ ਅ ਕੋਐਡ ਕਾਲਜ, ਦਿਸ ਇਜ਼ ਅ ਫੈਕਟਰੀ। ਕਹਿੰਦਾ ਕਿਉਂਕਿ ਇਹ ਕੋਈ ਕੋਐਡ ਕਾਲਜ ਨਹੀਂ ਹੈ ਜਿੱਥੇ ਕੋਈ ਵੀ ਐਡਮਿਸ਼ਨ ਲੈ ਸਕਦਾ, ਲੜਕਾ ਹੋਵੇ ਜਾਂ ਲੜਕੀ, ਇਹ ਇੱਕ ਫੈਕਟਰੀ ਹੈ। When it comes to academics, you are a first ranker throughout. We appreciate that, but people like you should work in research laboratories. ਕਹਿੰਦਾ ਅਗਰ ਮੈਂ ਤੁਹਾਡੇ ਐਕੈਡੈਮਿਕਸ ਦੀ ਗੱਲ ਕਰਦਾ, ਤੁਹਾਡੀ ਸਟੱਡੀ ਦੀ ਗੱਲ ਕਰਦਾ, ਤੁਸੀਂ ਸਾਰਿਆਂ 'ਚੋਂ ਫਸਟ ਰੈਂਕਰ ਹੋ
मैं ਤੁਹਾਨੂੰ ਐਪਰੀਸ਼ੀਏਟ ਕਰ ਰਹੀ ਹਾਂ, ਬਟ ਤੁਹਾਡੇ ਵਰਗੇ ਜਿਹੜੇ ਬ੍ਰਾਈਟ ਸਟੂਡੈਂਟਸ ਨੇ, ਬ੍ਰਾਈਟ ਕੈਂਡੀਡੇਟਸ ਨੇ, ਉਹਨਾਂ ਨੂੰ ਲੈਬੋਰਟਰੀ ਦੇ ਵਿੱਚ ਰਿਸਰਚ ਕਰਨੀ ਚਾਹੀਦੀ ਹੈ। I was a young girl from a small town Hubli. My world had been a limited place. यानी क्योंकि मैं एक छोटे ਜਿਹੇ शहर ਤੋਂ यंग लड़की सी, हुबली ਦੀ ਰਹਿਣ ਵਾਲੀ ਸੀ, ਸੋ ਜਿਹੜਾ ਮੇਰਾ ਪਲੇਸ ਸੀ ਉਹ ਵੀ ਬੜੀ ਲਿਮਿਟਡ ਸੀ, ਮੀਨਸ ਕਿ ਜੋ ਉਹਦੀ ਸੋਚ ਦਾ ਦਾਇਰਾ ਸੀ ਉਹ ਵੀ ਬੜਾ ਛੋਟਾ ਸੀ। I didn't know the ways of the large corporate houses and their difficulties, so I answered। ਕਹਿੰਦੀ ਉਸ ਟਾਈਮ 'ਤੇ ਮੈਨੂੰ ਨਹੀਂ ਸੀ ਪਤਾ ਕਿ ਜਿਹੜੇ ਲਾਰਜ ਕਾਰਪੋਰੇਟ 'ਤੇ ਜਿੰਨੇ ਵੀ ਮਤਲਬ ਫੈਕਟਰੀਜ਼ ਨੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਕੀ ਹੈ, ਉੱਤੇ ਕੀ ਲੋਕਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਸੋ ਕਹਿੰਦੀ ਮੇਰਾ ਆਨਸਰ ਇਹ ਸੀ, ਬਟ ਯੂ ਮਸਟ ਸਟਾਰਟ ਸਮਵੇਅਰ, ਅਦਰਵਾਈਜ਼ ਨੋ ਵੂਮੈਨ ਵਿਲ ਐਵਰ ਬੀ ਏਬਲ ਟੂ ਵਰਕ ਇਨ ਯੂਅਰ ਫੈਕਟਰੀਜ਼। ਕਹਿੰਦੀ ਤੁਹਾਨੂੰ ਸਟਾਰਟ ਕਰਨਾ ਚਾਹੀਦਾ ਹੈ, ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਹੀ ਸੋਚੋਗੇ ਤਾਂ ਕਦੀ ਵੀ ਕੋਈ ਜਿਹੜੀ ਲੇਡੀ ਹੈ ਜਾਂ ਕੋਈ ਗਰਲ ਹੈ ਉਹ ਤੁਹਾਡੀ ਫੈਕਟਰੀ ਦੇ ਵਿੱਚ ਕੰਮ ਨਹੀਂ ਕਰ ਸਕੇਗੀ। Finally, after a long interview, I was told I had been successful। ਕਹਿੰਦੇ ਕਾਫੀ ਲੰਬੀ ਇੰਟਰਵਿਊਜ਼ ਤੋਂ ਬਾਅਦ ਮੈਨੂੰ ਦੱਸਿਆ ਗਿਆ ਕਿ ਮੈਂ ਇੰਟਰਵਿਊ ਦੇ ਵਿੱਚ ਸਕਸੈਸਫੁਲ ਰਹੀ। ਸੋ ਦਿਸ ਵਾਜ਼ ਦੈਟ ਦ ਫਿਊਚਰ ਹੈਡ ਇਨ ਸਟੋਰ ਫॉर ਮੀ। ਕਹਿੰਦੀ ਸੋ ਇਹੀ ਸੀ ਜੋ ਮੇਰੇ ਫਿਊਚਰ ਨੇ ਮੇਰੇ ਲਈ ਸੰਭਾਲ ਕੇ ਰੱਖਿਆ ਹੋਇਆ ਸੀ, ਜੋ ਮੇਰੇ ਫਿਊਚਰ ਦੇ ਵਿੱਚ ਲਿਖਿਆ ਹੋਇਆ ਸੀ। ਨੈਵਰ ਹੈਡ ਆਈ ਥਾਟ ਆਈ ਵੁੱਡ ਟੇਕ ਅਪ ਅ ਜੋਬ ਇਨ ਪੂਨੇ। ਕਹਿੰਦੀ ਮੈਂ ਇਸ ਤੋਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਪੂਨੇ 'ਚ ਕੋਈ ਜੋਬ ਲਊਂਗੀ। I met a shy young man from Karnataka there. We became good friends and we got married। ਮੀਨਸ ਕਿ ਉਹ ਵਾਲੀ ਜੋਬ ਸੁਧਾ ਮੂਰਤੀ ਨੇ ਜੁਆਇਨ ਕਰ ਲਈ ਸੀ। ਉਸ ਤੋਂ ਬਾਅਦ ਉਹ ਇੱਕ ਯੰਗ ਲੜਕੇ ਨੂੰ ਮਿਲੀ ਜੋ ਕਿ ਕਰਨਾਟਕਾ ਦਾ ਰਹਿਣ ਵਾਲਾ ਸੀ। ਦੋਨੋਂ ਬਹੁਤ ਅੱਛੇ ਫਰੈਂਡਸ ਬਣੇ ਔਰ ਬਾਅਦ ਵਿੱਚ ਦੋਨਾਂ ਦੀ ਮੈਰਿਜ ਹੋ ਗਈ। It was only after joining Telco that I realized who JRD was। ਕਹਿੰਦੇ ਉੱਥੇ ਜੁਆਇਨ ਕਰਨ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ JRD ਕੌਣ ਸੀ। ਦ ਅਨਕਰਾਊਨਡ ਕਿੰਗ ਆਫ ਇੰਡੀਆ ਇੰਡਸਟਰੀ। ਕਹਿੰਦੀ ਉਹ ਕਿ ਇੰਡੀਅਨ ਇੰਡਸਟਰੀ ਦਾ ਕਿੰਗ ਸੀ, ਬਟ ਕਿਸੇ ਅਨਕਰਾਊਨ ਕਮੀ ਇਹੀ ਸੀ ਕਿ ਉਹਦੇ ਸਿਰ ਦੇ ਉੱਪਰ ਤਾਜ ਨਹੀਂ ਸੀ, ਕਰਾਊਨ ਨਹੀਂ ਸੀ, ਅਦਰਵਾਈਜ਼ ਉਹ ਇੰਡੀਅਨ ਇੰਡਸਟਰੀ ਦਾ ਰਾਜਾ ਸੀ। ਨਾਓ ਆਈ ਵਾਜ਼ ਸਕੇਅਰਡ ਵਾਟ ਆਈ ਡਿਡ ਨਾਟ ਗੈਟ ਟੂ ਮੀਟ ਹਿਮ ਟਿਲ ਆਈ ਵਾਜ਼ ਟ੍ਰਾਂਸਫਰ ਟੂ ਬੰਬੇ। ਕਹਿੰਦੀ ਹੁਣ ਮੈਂ ਡਰ ਰਹੀ ਸੀ, ਬਟ ਜਿੰਨਾ ਟਾਈਮ ਮੇਰੀ ਬੰਬੇ ਟ੍ਰਾਂਸਫਰ ਨਹੀਂ ਹੋਈ ਉਨਾ ਟਾਈਮ ਮੈਂ JRD ਨੂੰ ਨਹੀਂ ਮਿਲੀ। One day I had to show some reports to Mr. Mulgaonkar, our chairman, who we all knew as SM। ਕਹਿੰਦੀ ਇੱਕ ਦਿਨ ਮੈਂ ਮਿਸਟਰ ਮੂਲਗਾਓਕਰ ਨੂੰ ਕੁਝ ਰਿਪੋਰਟਸ ਦਿਖਾਉਣੀਆਂ ਸੀ, ਜੋ ਸਾਡਾ ਚੇਅਰਮੈਨ ਸੀ, ਜਿਹਨੂੰ ਲੋਕ SM ਵੀ ਬੋਲਦੇ ਸੀ ਸ਼ਾਰਟ ਦੇ ਵਿੱਚ, ਸੁਮੰਤ ਮੂਲਗਾਓਕਰ। I was in his office on the first floor of Bombay House when suddenly JRD walked in। ਕਹਿੰਦੀ ਮੈਂ ਉਹਦੇ ਆਫਿਸ ਦੇ ਵਿੱਚ ਸੀ ਫਸਟ ਫਲੋਰ ਦੇ ਉੱਪਰ ਬੰਬੇ, ਕਿ ਅਚਾਨਕ ਉੱਥੇ JRD ਅੰਦਰ ਆਈ। ਦੈਟ ਵਾਜ਼ ਦਾ ਫਸਟ ਟਾਈਮ ਆਈ ਸੋ ਐਪਰੋ JRD। ਕਹਿੰਦੀ ਉਸ ਟਾਈਮ 'ਤੇ ਮੈਂ ਐਪਰੋ JRD ਨੂੰ ਫਸਟ ਟਾਈਮ ਮਿਲੀ ਜਾਂ ਦੇਖਿਆ। ਐਪਰੋ ਮੀਨਸ ਹੁੰਦਾ ਸਾਡਾ, ਐਪਰੋ ਮੀਨਸ ਆਵਰ ਇਨ ਗੁਜਰਾਤੀ 'ਚ ਨੂੰ ਐਪਰੋ ਬੋਲਦੇ ਹੈ, ਸਾਡਾ ਨੂੰ ਹਮਾਰਾ ਜਿਹਨੂੰ ਕਹਿ ਦਿੰਦੇ ਆਪਾਂ ਹਿੰਦੀ ਦੇ ਵਿੱਚ। ਦਿਸ ਵਾਜ਼ ਦਾ ਅਫੈਕਸ਼ਨੇਟ ਟਰਮ ਬਾਈ ਵਿਚ ਪੀਪਲ ਐਟ ਬੰਬੇ ਹਾਊਸ ਕਾਲਡ ਹਿਮ। ਇਹ ਕੀ ਸੀ? ਇੱਕ ਅਫੈਕਸ਼ਨੇਟ ਟਰਮ ਸੀ, ਇੱਕ ਪਿਆਰ ਨਾਲ ਬੋਲਿਆ ਜਾਣ ਵਾਲਾ ਇੱਕ ਸ਼ਬਦ ਸੀ ਜੋ ਬੰਬੇ ਦੇ ਲੋਕ ਉਹਨੂੰ ਬੁਲਾਉਂਦੇ ਸੀ। I was feeling very nervous remembering my postcard episode। SM introduced me nicely। ਕਿ ਮੈਂ ਬਹੁਤ ਡਰ ਰਹੀ ਸੀ, ਨਰਵਸ ਹੋ ਰਹੀ ਸੀ ਕਿਉਂਕਿ ਮੈਨੂੰ ਪੋਸਟ ਕਾਰਡ ਵਾਲਾ ਐਪੀਸੋਡ ਯਾਦ ਆ ਰਿਹਾ ਸੀ, ਬਟ SM ਨੇ ਬੜੀ ਪਿਆਰ ਨਾਲ ਬੜੀ ਨਾਈਸਲੀ ਮੈਨੂੰ ਇੰਟਰੋਡਿਊਸ ਕਰਵਾਇਆ। that's what his close associate called him। This young woman is an engineer and that too a postgraduate। She is the first woman to work on the telco shop floor। JRD looked at me। ਤਾਂ SM ਨੇ ਕਿਹਾ ਕਿ ਇਹ ਯੰਗ ਲੜਕੀ ਹੈ ਜਿਹੜੀ ਕਿ ਇੰਜੀਨੀਅਰ ਹੈ, ਜਿਹੜੀ ਕਿ ਪੋਸਟ ਗ੍ਰੈਜੂਏਟ ਹੈ, ਔਰ ਇਹ ਪਹਿਲੀ ਲੜਕੀ ਹੈ ਜਿਹੜੀ ਕਿ ਟੈਲਕੋ ਦੇ ਸ਼ਾਪ ਫਲੋਰ ਦੇ ਉੱਪਰ ਕੰਮ ਕਰ ਰਹੀ ਹੈ। ਔਰ JRD ਨੇ ਕਹਿੰਦੇ ਮੇਰੇ ਵੱਲ ਦੇਖਿਆ। ਆਈ ਵਾਜ਼ ਪ੍ਰੇਇੰਗ ਹੀ ਵੁੱਡ ਨਾਟ ਆਸਕ ਮੀ ਐਨੀ ਕੁਐਸਚਨ ਅਬਾਊਟ ਮਾਈ ਇੰਟਰਵਿਊ ਔਰ ਫॉर द ਪੋਸਟ ਕਾਰਡ ਦੈਟ ਪ੍ਰੋਸੀਡਡ ਇਟ। ਕਹਿੰਦੇ ਮੈਂ ਬਾਰ-ਬਾਰ ਪ੍ਰੇ ਕਰ ਰਹੀ ਸੀ ਦਿਲ ਦੇ ਵਿੱਚ ਕਿ JRD ਮੇਰੇ ਤੋਂ ਪੋਸਟ ਕਾਰਡ ਬਾਰੇ ਕੋਈ ਕੁਐਸਚਨ ਨਾ ਪੁੱਛੇ, ਮੇਰੇ ਤੋਂ ਇੰਟਰਵਿਊ ਬਾਰੇ ਕੁਝ ਨਾ ਗੱਲ ਕਰੇ। Close to 50% of the students in today's engineer college are girls and there are women on the shop floor in many industry segments। ਕਹਿੰਦੇ ਹੁਣ ਇੰਜੀਨੀਅਰਿੰਗ ਕਾਲਜ ਦੇ ਵਿੱਚ 50% ਲੜਕੀਆਂ ਨੇ, ਜਿਹੜੇ ਟੋਟਲ ਸਟੂਡੈਂਟਸ ਉਹਨਾਂ ਵਿੱਚ 50% ਗਰਲਸ ਨੇ ਕੀਆਂ, ਔਰ ਹੁਣ
ਇੰਡਸਟਰੀ ਦੇ ਹਰੇਕ ਸੈਗਮੈਂਟ ਦੇ ਵਿੱਚ, ਹਰੇਕ ਫੀਲਡ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਕੰਮ ਕਰ ਰਹੀਆਂ ਨੇ। ਆਈ ਸੀ ਦੀਸ ਚੇਂਜਿਸ ਐਂਡ ਆਈ ਥਿੰਕ ਆਫ JRD। ਕਹਿੰਦੀ ਮੈਂ ਇਹ ਸਾਰੀਆਂ ਚੇਂਜਿਸ ਦੇਖ ਰਹੀ ਹਾਂ ਔਰ JRD ਬਾਰੇ ਸੋਚਦੀ ਹਾਂ। ਇਫ ਐਟ ਆਲ ਟਾਈਮ ਸਟੋਪਸ ਐਂਡ ਆਸਕ ਮੀ ਵਾਟ ਆਈ ਵਾਂਟ ਫਰੋਮ ਲਾਈਫ। ਕਹਿੰਦੀ ਅਗਰ ਸਾਰਾ ਟਾਈਮ ਰੁਕ ਜੇ ਔਰ ਮੇਰੇ ਤੋਂ ਪੁੱਛਿਆ ਜਾਏ ਕਿ ਮੈਨੂੰ ਲਾਈਫ 'ਚੋਂ ਕੀ ਚਾਹੀਦਾ ਹੈ, ਆਈ ਵੁੱਡ ਸੇ, ਕਹਿੰਦੀ ਮੇਰੀ ਵਿਸ਼ ਕੀ ਹੋਏਗੀ, ਆਈ ਵਿਸ਼ JRD ਵਰ ਅਲਾਈਵ ਟੂਡੇ। ਕਹਿੰਦੀ ਕਾਸ਼ ਅੱਜ JRD ਜਿੰਦਾ ਹੁੰਦੇ, ਟੂ ਸੀ ਹਾਊ ਦਾ ਕੰਪਨੀ ਹੀ ਸਟਾਰਟਡ ਹੈਜ਼ ਗਰੋਨ। ਕਿ ਜਿਹੜੀ ਕੰਪਨੀ ਉਹਨਾਂ ਨੇ ਸਟਾਰਟ ਕੀਤੀ ਸੀ ਕਿੰਨੀ ਜ਼ਿਆਦਾ ਗਰੋ ਕਰ ਚੁੱਕੀ ਹੈ। ਹੀ ਵੁੱਡ ਹੈਵ ਇੰਜੋਇਡ ਇਟ ਹੋਲ ਹਾਰਟਡਲੀ। ਕਹਿੰਦੀ ਮੈਂ ਸੋਚਦੀ ਹਾਂ ਕਿ ਸਾਰਾ ਕੁਝ ਦੇਖ ਕੇ, ਇੰਨੀ ਗਰੋਥ ਦੇਖ ਕੇ JRD ਬਹੁਤ ਹੀ ਜ਼ਿਆਦਾ ਖੁਸ਼ ਹੋਣੀ ਸੀ। ਸੋ ਬੇਟਾ ਇਹ ਸੀ ਆਪਣਾ ਲੈਸਨ ਜੈਂਡਰ ਵਾਈਜ਼।